ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਨਰਿੰਦਰ ਸਿੰਘ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਪੰਜਾਬੀ ਮਾਂ ਬੋਲੀ ਵਿੱਚ। ਦੋਸਤੋ, ਵੀਡੀਓ ਦੇਖਣ ਤੋਂ ਪਹਿਲਾਂ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਤੁਸੀਂ ਮੇਰੀਆਂ ਸਾਰੀ ਵੀਡੀਓਜ਼ ਦੇਖ ਸਕੋ। ਦੋਸਤੋ, ਅੱਜ ਮੈਂ ਤੁਹਾਨੂੰ ਪੰਜਾਬੀ ਸਾਹਿਤ ਦੇ ਉੱਘੇ ਸਾਹਿਤਕਾਰ ਕਰਤਾਰ ਸਿੰਘ ਦੁੱਗਲ ਦੀ ਹੀ ਇੱਕ ਹੋਰ ਕਹਾਣੀ ਬਖਸ਼ੀਸ਼ ਸੁਣਾਉਣ ਜਾ ਰਿਹਾ ਹਾਂ। ਆਓ ਸ਼ੁਰੂ ਕਰਦੇ ਹਾਂ ਅੱਜ ਦੀ ਕਹਾਣੀ ਬਖਸ਼ੀਸ਼। ਸਾਹਬ ਬਖਸ਼ੀਸ਼ ਕਰਦਾ, ਮੇਰੇ ਨਾਲ ਤੁਰ ਰਿਹਾ ਮੇਰਾ ਜਮਾਤੀ ਮੁੰਡਾ। ਮੈਨੂੰ ਛੱਡ ਮੇਰੇ ਵੇਖਦਿਆਂ ਸਾਈਕਲ 'ਤੇ ਜਾ ਰਹੇ ਇੱਕ ਗੋਰੇ ਦੇ ਪਿੱਛੇ ਨੱਸ ਗਿਆ। ਦੂਰ ਤੱਕ ਸਾਹਬ ਬਖਸ਼ੀਸ਼ ਕਰਦਾ ਉਹ ਗੋਰੇ ਪਿੱਛੇ ਦੌੜਦਾ ਰਿਹਾ। ਆਖਿਰ ਥੱਕ ਟੁੱਟ ਕੇ ਖਲੋ ਗਿਆ। ਗੋਰਾ ਕਦੀ ਸਾਈਕਲ ਤੋਂ ਮੁੜ ਕੇ ਉਸ ਵੱਲ ਮੁਸਕਰਾ ਛੱਡਦਾ, ਕਦੀ ਘੂਰ ਛੱਡਦਾ। ਮੁੰਡਾ ਥੱਕਿਆ ਹਾਰਿਆ ਜਿਵੇਂ ਖਲੋਤਾ ਸੀ ਉੱਥੇ ਖਲੋਤਾ ਰਿਹਾ ਤੇ ਕੋਈ 5 ਮਿੰਟ ਬਾਅਦ ਆਪਣੀ ਚਾਲ ਤੁਰਦਾ ਮੈਂ ਉਸ ਕੋਲ ਜਾ ਪੁੱਜਾ। ਕਿਉਂ, ਕੀ ਮਿਲਿਆ ਈ ਭਾਨੂੰ? ਮੈਂ ਆਪਣੇ ਸਾਥੀ ਤੋਂ ਪੁੱਛਿਆ। ਉਸ ਦਾ ਨਾਂ ਭਾਨ ਚੰਦ ਸੀ। ਕੁਝ ਨਹੀਂ ਯਾਰ, ਸੌਰੀ ਦਾ ਕੰਗਾਲ ਸੀ। ਭਾਨੂ ਦੀਆਂ ਅੱਖਾਂ ਵਿੱਚ ਲਜਾਜਤ ਜਰਾ ਵੀ ਨਹੀਂ ਸੀ। ਤੇ ਫਿਰ ਭਾਨੂ ਨੇ ਦੱਸਿਆ, ਕਈ ਵਾਰ ਇੰਜ ਗੋਰਿਆਂ ਦੇ ਪਿੱਛੇ ਜਦੋਂ ਉਹ ਨੱਸਦਾ ਸੀ ਤਾਂ ਕੋਈ 4 ਆਨੇ, ਕੋਈ 8 ਆਨੇ, ਕੋਈ 1 ਰੁਪਈਆ ਸੁੱਟ ਕੇ ਚਲੇ ਜਾਂਦੇ ਸਨ। ਇਹ ਸੁਣ ਕੇ ਮੈਨੂੰ ਅੰਗਰੇਜ਼ ਦੀ ਉਦਾਰਤਾ 'ਤੇ ਬੜਾ ਅਚੰਭਾ ਹੋਇਆ। ਸਾਡਾ ਦੇਸੀ ਤੇ ਜੇ ਕੋਈ ਕਿਸੇ ਨੂੰ ਦੇਵੇਗਾ, ਫਿਰ ਭਾਨੂੰ ਕਹਿਣ ਲੱਗਾ, ਤਾਂ ਵੱਧ ਤੋਂ ਵੱਧ 1 ਪੈਸਾ। ਅਸਲ ਫਰਕ ਗੋਰੀ ਚਮੜੀ ਤੇ ਕਾਲੀ ਚਮੜੀ ਦਾ ਏ। ਜਿਤਨਾ ਕੋਈ ਕਾਲਾ ਹੋਵੇ ਉਤਨਾ ਕੋਈ ਬੁਰਾ ਹੁੰਦਾ ਹੈ। ਤੇ ਗੋਰੇ ਸਾਰੇ ਮੈਨੂੰ ਇੱਕੋ ਜਿਹੇ ਲੱਗਦੇ ਸਨ। ਸਭ ਦੀਆਂ ਬਾਹਾਂ 'ਤੇ ਨੰਗੀਆਂ ਮੇਮਾਂ ਦੀਆਂ ਤਸਵੀਰਾਂ ਬਣੀਆਂ ਹੁੰਦੀਆਂ। ਸਭ ਦੀਆਂ ਛਾਤੀਆਂ 'ਤੇ ਔਰਤਾਂ ਦੇ ਅਜੀਬ ਚਿੱਤਰ ਉਕਰੇ ਹੁੰਦੇ। ਭਾਨੂ ਦੇ ਪਿਤਾ ਸਾਡੇ ਸਕੂਲ ਵਿੱਚ ਉਸਤਾਦ ਸਨ। ਉਹਨਾਂ ਦੀ ਜ਼ਿੰਮੇਵਾਰੀ 5ਵੀਂ ਤੋਂ ਲੈ ਕੇ 8ਵੀਂ ਤੱਕ ਇਤਿਹਾਸ ਤੇ ਭੂਗੋਲ ਪੜ੍ਹਾਉਣ ਦੀ ਸੀ। ਇਤਿਹਾਸ ਦੀ ਘੰਟੀ ਵਿੱਚ ਜਿਸ ਵਿਸ਼ੇ 'ਤੇ ਉਹ ਸਭ ਤੋਂ ਜ਼ਿਆਦਾ ਸ਼ੌਂਕ ਨਾਲ ਬੋਲਦੇ, ਉਹ ਸੀ ਅੰਗਰੇਜ਼ੀ ਰਾਜ ਦੀਆਂ ਬਰਕਤਾਂ। ਭਾਵੇਂ 5ਵੀਂ ਜਮਾਤ ਹੋਵੇ, ਭਾਵੇਂ 6ਵੀਂ ਜਮਾਤ ਹੋਵੇ, ਭਾਵੇਂ 7ਵੀਂ ਜਮਾਤ ਹੋਵੇ ਤੇ ਭਾਵੇਂ 8ਵੀਂ, ਜਦੋਂ ਮਾਸਟਰ ਉੱਤਮ ਚੰਦ ਇਸ ਮਜ਼ਮੂਨ 'ਤੇ ਬੋਲਣ ਲੱਗਦੇ ਤੇ ਫਿਰ ਬੋਲਦੇ ਹੀ ਜਾਂਦੇ। ਅੰਗਰੇਜ਼ ਨੇ ਡਾਕਖਾਨੇ ਖੋਲ੍ਹੇ ਹਨ, ਅੰਗਰੇਜ਼ ਨੇ ਰੇਲਾਂ ਚਲਾਈਆਂ ਹਨ, ਅੰਗਰੇਜ਼ ਨੇ ਤਾਰ ਘਰ ਬਣਾਏ ਹਨ, ਅੰਗਰੇਜ਼ਾਂ ਨੇ ਅੰਗਰੇਜ਼ੀ ਜ਼ੁਬਾਨ ਲਿਆਂਦੀ ਹੈ ਜਿਸ ਨੂੰ ਪੜ੍ਹਨ ਨਾਲ ਦਫ਼ਤਰ ਵਿੱਚ ਨੌਕਰੀ ਮਿਲ ਜਾਂਦੀ ਹੈ, ਤੇ ਇਸ ਤਰ੍ਹਾਂ ਹੋਰ ਕਿਤਨਾ ਕੁਛ ਉਹ ਗਿਣਵਾ ਛੱਡਦੇ। ਤੇ ਭੂਗੋਲ ਦੀ ਘਾਟੀ ਵਿੱਚ ਮਾਸਟਰ ਉੱਤਮ ਚੰਦ ਨੂੰ ਜਿਹੜਾ ਮਸਲਾ ਸਭ ਤੋਂ ਵਧੇਰੇ ਪਸੰਦ ਆਉਂਦਾ, ਉਹ ਸੀ ਅੰਗਰੇਜ਼ੀ ਰਾਜ 'ਤੇ ਸੂਰਜ ਕਦੀ ਵੀ ਨਹੀਂ ਡੁੱਬਦਾ। 5ਵੀਂ ਤੋਂ ਲੈ ਕੇ 8ਵੀਂ ਤੱਕ ਉਹ ਅਤਿਅੰਤ ਸ਼ੌਕ ਨਾਲ ਇਸ ਵਿਸ਼ੇ 'ਤੇ ਲੈਕਚਰ ਦਿੰਦੇ ਰਹਿੰਦੇ। ਜਦੋਂ ਕੋਈ ਅਫਸਰ ਸਕੂਲ ਦਾ ਮੁਆਇਨਾ ਕਰਨ ਆਉਂਦਾ ਤਾਂ ਮਾਸਟਰ ਜੀ ਹਮੇਸ਼ਾ ਅੰਗਰੇਜ਼ੀ ਰਾਜ ਦੀਆਂ ਬਰਕਤਾਂ ਪੜ੍ਹਾ ਰਹੇ ਹੁੰਦੇ ਜਾਂ ਫਿਰ ਇਸ ਮਜ਼ਮੂਨ 'ਤੇ ਬੋਲ ਰਹੇ ਹੁੰਦੇ ਕਿ ਅੰਗਰੇਜ਼ੀ ਰਾਜ 'ਤੇ ਸੂਰਜ ਕਦੀ ਵੀ ਨਹੀਂ ਡੁੱਬਦਾ। ਹਰ ਇਮਤਿਹਾਨ ਵਿੱਚ ਹਰ ਜਮਾਤ ਤੋਂ ਮਾਸਟਰ ਉੱਤਮ ਚੰਦ ਇਹਨਾਂ ਦੋਹਾਂ ਸਵਾਲਾਂ ਵਿੱਚੋਂ ਇੱਕ ਨਾ ਇੱਕ ਸਵਾਲ ਜ਼ਰੂਰ ਪੁੱਛਦੇ। ਜਦੋਂ ਵੀ ਮੁੰਡੇ ਮਾਸਟਰ ਉੱਤਮ ਚੰਦ ਦੇ ਪਰਚਿਆਂ ਦੀ ਤਿਆਰੀ ਕਰਨ ਬੈਠਦੇ, ਇਹ 2 ਸਵਾਲ ਪਹਿਲੇ ਯਾਦ ਕਰ ਲੈਂਦੇ। ਕਈ ਤੇ ਇਹਨਾਂ ਦੇ ਜਵਾਬ ਘਰੋਂ ਲਿਖ ਕੇ ਲੈ ਜਾਂਦੇ ਤੇ ਅੰਦਰ ਇਮਤਿਹਾਨ ਦੇ ਪਰਚਿਆਂ ਵਿੱਚ ਟੁੰਗਾਉਂਦੇ। ਬਾਕੀ ਉਸਤਾਦ ਹਮੇਸ਼ਾ ਮਾਸਟਰ ਉੱਤਮ ਚੰਦ ਦੀ ਇਸ ਗੱਲ 'ਤੇ ਹੱਸਦੇ ਰਹਿੰਦੇ। ਕਈਆਂ ਦਾ ਖਿਆਲ ਸੀ ਮਾਸਟਰ ਜੀ ਅੰਗਰੇਜ਼ੀ ਦੀ ਇੰਜ ਚਾਪਲੂਸੀ ਕਰਦੇ ਸਨ ਤੇ ਮਾਸਟਰ ਉੱਤਮ ਚੰਦ ਕਦੀ ਇਸ ਤੋਂ ਇਨਕਾਰ ਨਹੀਂ ਸਨ ਕਰਦੇ। ਸਾਡਾ ਪਿੰਡ ਛਾਉਣੀ ਦੇ ਬਹੁਤ ਨੇੜੇ ਸੀ। ਕਈ ਵਾਰ ਗੋਰੇ ਸਿਪਾਹੀ ਜਾਂਗੀਏ ਪਾਈ ਦੌੜਦੇ ਹੋਏ ਕਸਰਤਾਂ ਕਰਦੇ
ਸਾਡੇ ਪਿੰਡ ਵੱਲ ਆ ਜਾਂਦੇ। ਕਈ ਵਾਰ ਸਾਈਕਲਾਂ 'ਤੇ ਚੜ੍ਹੇ ਹੋਏ ਆਉਂਦੇ, ਕਈ ਵਾਰ ਘੋੜਿਆਂ 'ਤੇ ਚੜ੍ਹੇ ਆਉਂਦੇ, ਕਈ ਵਾਰ ਸ਼ਰਾਬਾਂ ਪੀ ਕੇ ਦਰੱਖਤਾਂ ਹੇਠਾਂ ਬਦਮਸਤ ਪਏ ਰਹਿੰਦੇ। ਵੱਡੇ ਦਿਨਾਂ ਵਿੱਚ ਇੱਕ ਵਾਰ ਮੇਰੇ ਪਿਤਾ ਜੀ ਨੇ ਅੰਗਰੇਜ਼ ਨੂੰ ਸ਼ਰਾਬ ਵਿੱਚ ਬੇਹੋਸ਼ ਨਾਲੀ ਵਿੱਚ ਮੁੱਦਾ ਪਿਆ ਵੇਖਿਆ ਸੀ। ਭਾਵੇਂ ਕੋਈ ਸਿਪਾਹੀ ਹੋਵੇ, ਭਾਵੇਂ ਕੋਈ ਸਰਜੈਂਟ ਹੋਵੇ, ਭਾਵੇਂ ਕੋਈ ਅਫਸਰ ਹੋਵੇ, ਜਦੋਂ ਕੋਈ ਗੋਰਾ ਸਾਹਮਣੇ ਸੜਕ ਤੋਂ ਗੁਜ਼ਰਦਾ, ਸਕੂਲ ਦੇ ਬਾਹਰ ਵਿਹੜੇ ਵਿੱਚ ਸਾਨੂੰ ਪੜ੍ਹਾ ਰਹੇ ਮਾਸਟਰ ਉੱਤਮ ਚੰਦ ਹਮੇਸ਼ਾ ਆਪ ਖਲੋ ਜਾਂਦੇ, ਸਾਰੀ ਜਮਾਤ ਨੂੰ ਖੜ੍ਹਾ ਕਰ ਦਿੰਦੇ। ਕਈ ਵਾਰ ਜਦੋਂ ਸਕੂਲ ਦੇ ਉਸਤਾਦ ਸਾਰੇ ਰਲ ਕੇ ਬੈਠਦੇ ਤੇ ਉਹਨਾਂ ਵਿੱਚੋਂ ਕੋਈ ਅੰਗਰੇਜ਼ ਦੇ ਖਿਲਾਫ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦਾ, ਅੰਗਰੇਜ਼ ਦੇ ਜ਼ਬਰ ਦੀਆਂ ਗੱਲਾਂ, ਅੰਗਰੇਜ਼ ਦੀ ਲੁੱਟ ਖਸੁੱਟ ਦੀਆਂ ਗੱਲਾਂ, ਤਾਂ ਮਾਸਟਰ ਉੱਤਮ ਚੰਦ ਨੂੰ ਡਾਢਾ ਗੁੱਸਾ ਆਉਂਦਾ। ਉਹ ਇੱਕ ਇੱਕ ਕਰਕੇ ਅੰਗਰੇਜ਼ ਦੀ ਭਾਰਤ ਨੂੰ ਦੇਣ ਗਿਣਵਾਉਂਦੇ। ਅੰਗਰੇਜ਼ ਨੇ ਨਹਿਰਾਂ ਖੁਦਵਾਈਆਂ ਹਨ, ਅੰਗਰੇਜ਼ ਨੇ ਸੜਕਾਂ 'ਤੇ ਦਰੱਖਤ ਲਗਵਾਏ ਹਨ, ਅੰਗਰੇਜ਼ ਨੇ ਹਿੰਦ ਵਿੱਚੋਂ ਠੱਗੀ ਦੂਰ ਕੀਤੀ ਹੈ, ਸਤੀ ਜਿਹੀ ਮਾੜੀ ਰਸਮ ਦਾ ਖਾਤਮਾ ਕੀਤਾ ਹੈ ਤੇ ਹੋਰ ਕਿਤਨਾ ਕੁਝ। ਅਤੇ ਨਵੇਂ ਪੜ੍ਹੇ ਨੌਜਵਾਨ ਉਸਤਾਦ ਮਾਸਟਰ ਉੱਤਮ ਚੰਦ ਦੀਆਂ ਗੱਲਾਂ 'ਤੇ ਬੜਾ ਹੱਸਦੇ। ਲੱਖ ਉਹਨਾਂ ਨਾਲ ਕੋਈ ਬਹਿਸ ਕਰਦਾ, ਮਾਸਟਰ ਉੱਤਮ ਚੰਦ ਅੰਗਰੇਜ਼ ਦੇ ਖਿਲਾਫ ਕੋਈ ਗੱਲ ਸੁਣਨ ਲਈ ਤਿਆਰ ਨਹੀਂ ਸਨ। ਇੱਕ ਵਾਰ ਮਾਸਟਰ ਉੱਤਮ ਚੰਦ ਦੇ ਘਰ ਸਫੈਦੀ ਹੋ ਰਹੀ ਸੀ। ਉਹਨਾਂ ਦਾ ਪੁੱਤਰ ਭਾਨੂ ਸਾਰਾ ਦਿਨ ਸਾਡੇ ਨਾਲ ਖੇਡਦਾ ਰਿਹਾ। ਸ਼ਾਮ ਨੂੰ ਜਦੋਂ ਆਪਣੇ ਘਰ ਜਾਣ ਲੱਗਾ, ਮੈਂ ਵੀ ਉਹਦੇ ਨਾਲ ਤੁਰ ਪਿਆ। ਗੁਆਂਢ ਦੀ ਗਲੀ ਵਿੱਚ ਹੀ ਤੇ ਰਹਿੰਦੇ ਸਨ। ਮਾਸਟਰ ਉੱਤਮ ਚੰਦ ਦੇ ਸੱਜਰੇ ਸਫੇਦੀ ਕੀਤੇ ਸੁਫੇ ਵਿੱਚ ਮੈਂ ਵੇਖਿਆ, ਇੱਕ ਪਾਸੇ ਇੱਕ ਦੇਵੀ ਦੀ ਤਸਵੀਰ ਅੱਗੇ ਅਗਰਬੱਤੀ ਵੱਲ ਰਹੀ ਸੀ, ਦੂਜੇ ਪਾਸੇ ਕਿਸੇ ਅੰਗਰੇਜ਼ ਦੀ ਤਸਵੀਰ ਅੱਗੇ ਇੱਕ ਹੋਰ ਅਗਰਬੱਤੀ ਧੁਖ ਰਹੀ ਸੀ। ਮਾਸਟਰ ਜੀ, ਇਹ ਕਿਸ ਦੀ ਤਸਵੀਰ ਹੈ? ਮੈਂ ਉਸ ਦੂਜੀ ਤਸਵੀਰ ਵੱਲ ਇਸ਼ਾਰਾ ਕਰਕੇ ਮਾਸਟਰ ਜੀ ਤੋਂ ਪੁੱਛਿਆ। ਇਹ ਅੰਗਰੇਜ਼ ਦੀ ਤਸਵੀਰ ਹੈ, ਮਾਸਟਰ ਉੱਤਮ ਚੰਦ ਨੇ ਮੈਨੂੰ ਦੱਸਿਆ। ਇੱਕ ਰੋਜ਼ ਉਹ ਛਾਉਣੀ ਗਏ ਸਨ ਤੇ ਸੜਕ 'ਤੇ ਪਈ ਉਹਨਾਂ ਨੂੰ ਇਹ ਤਸਵੀਰ ਮਿਲੀ। ਉਹਨਾਂ ਨੇ ਉੱਥੋਂ ਹੀ ਉਸ ਨੂੰ ਸ਼ੀਸ਼ੇ ਵਿੱਚ ਮੜਵਾ ਲਿਆਂਦਾ ਸੀ। ਮਾਸਟਰ ਜੀ ਨੂੰ ਇਹ ਨਹੀਂ ਪਤਾ ਸੀ ਉਹ ਗੋਰਾ ਕੌਣ ਸੀ, ਕਿੱਥੋਂ ਆਇਆ ਸੀ, ਕਿਸ ਸਬੰਧ ਵਿੱਚ ਉਹਦੀ ਤਸਵੀਰ ਅਖਬਾਰ ਵਿੱਚ ਛਪੀ ਸੀ। ਮਹਾਤਮਾ ਗਾਂਧੀ ਦੇ ਖੱਦਰ ਦੇ ਪ੍ਰਚਾਰ ਤੋਂ ਮਾਸਟਰ ਜੀ ਬੜੇ ਪ੍ਰਭਾਵਿਤ ਸਨ ਤੇ ਹਮੇਸ਼ਾ ਨਿਰੋਲ ਖੱਦਰ ਹੀ ਪਾਉਂਦੇ। ਮਾਸਟਰ ਜੀ ਦੀ ਤ੍ਰੀਮਤ ਪਿੰਡ ਵਿੱਚ ਸਭ ਤੋਂ ਜ਼ਿਆਦਾ ਫੈਸ਼ਨੇਬਲ ਔਰਤ ਸੀ। ਹਰ ਵੇਲੇ ਸਜੀ ਹੋਈ ਰਹਿੰਦੀ, ਰੰਗ ਬਰੰਗੇ ਭੜਕੀਲੇ ਕੱਪੜੇ ਪਹਿਨਦੀ, ਵਾਲਾਂ ਨੂੰ ਕਦੇ ਕਿਵੇਂ ਸਜਾਉਂਦੀ, ਕਦੇ ਕਿਵੇਂ ਬਣਾਉਂਦੀ। ਪਰ ਮਾਸਟਰ ਜੀ ਸਦਾ ਸਾਦਾ ਰਹਿੰਦੇ, ਸਦਾ ਸਾਦਾ ਖਾਂਦੇ ਪੀਂਦੇ। ਫਿਰ ਇੱਕ ਰੋਜ਼ ਕਿਸੇ ਨੇ ਮਾਸਟਰ ਜੀ ਨੂੰ ਦੱਸਿਆ, ਅੰਗਰੇਜ਼ ਨੂੰ ਖੱਦਰ ਪਾਉਣ ਵਾਲੇ ਲੋਕ ਪਸੰਦ ਨਹੀਂ, ਤੇ ਉਸ ਘੜੀ ਤੋਂ ਮਾਸਟਰ ਜੀ ਨੇ ਖੱਦਰ ਦੇ ਕੱਪੜੇ ਲਾ ਸੁੱਟੇ। ਉਹਨਾਂ ਨੇ ਇਹ ਨਹੀਂ ਪੁੱਛਿਆ ਆਖਿਰ ਕਿਉਂ ਅੰਗਰੇਜ਼ ਨੂੰ ਖੱਦਰ ਪਹਿਨਣਾ ਨਾ ਮਨਜ਼ੂਰ ਸੀ। ਜੇ ਹਿੰਦੁਸਤਾਨੀ ਖੱਦਰ ਪਾਉਣ ਤਾਂ ਅੰਗਰੇਜ਼ ਦੀ ਕਿਉਂ ਬਿੱਲੀ ਨਿਛ ਜਾਂਦੀ ਸੀ। ਪਰ ਅੰਗਰੇਜ਼ ਨੂੰ ਜਿਹੜੀ ਗੱਲ ਪਸੰਦ ਨਹੀਂ ਸੀ, ਉਹ ਗੱਲ ਮਾਸਟਰ ਉੱਤਮ ਚੰਦ ਕਿਸੇ ਸੂਰਤ ਵਿੱਚ ਕਰਨ ਲਈ ਤਿਆਰ ਨਹੀਂ ਸਨ। ਮੇਰੇ ਪਿਤਾ ਜੀ ਦਾ ਇੱਕ ਅੰਗਰੇਜ਼ ਅਫਸਰ ਬੜੀ ਰਿਸ਼ਵਤ ਲੈਂਦਾ ਸੀ। ਹਮੇਸ਼ਾ ਘਰ ਆ ਕੇ ਪਿਤਾ ਜੀ ਉਸ ਦੀਆਂ ਬਦਖੂਹੀਆਂ ਕਰਦੇ ਰਹਿੰਦੇ ਸਨ। ਵੱਡੇ ਦਿਨਾਂ ਵਿੱਚ ਤਾਂ ਉਹ ਹਜ਼ਾਰਾਂ ਰੁਪਏ ਡਾਲੀਆਂ ਦੇ ਰੂਪ ਵਿੱਚ ਠੇਕੇਦਾਰਾਂ ਤੋਂ ਲੈਂਦਾ ਸੀ। ਮੇਰੇ ਪਿਤਾ ਜੀ ਉਸ ਦੀਆਂ ਇਹ ਸਭ ਕਰਤੂਤਾਂ ਵੇਖਦੇ ਤੇ ਚੁੱਪ ਰਹਿੰਦੇ। ਇੱਕ ਵਾਰ ਉਸ ਅੰਗਰੇਜ਼ ਅਫਸਰ ਨੇ ਮੇਰੇ ਪਿਤਾ ਜੀ ਨੂੰ ਆਪਣੇ ਘਰ ਸੱਦਿਆ। ਐਤਵਾਰ ਦਾ ਦਿਨ ਸੀ। ਅੰਗਰੇਜ਼ ਤੇ ਉਸ ਦੀ ਮੇਮ ਕਿਤਨਾ ਚਿਰ ਮੇਰੇ ਪਿਤਾ ਜੀ ਨਾਲ ਹੱਸ ਹੱਸ ਕੇ ਗੱਲਾਂ ਕਰਦੇ ਰਹੇ ਤੇ ਫਿਰ ਮੇਮ ਉੱਠੀ ਅਤੇ ਅੰਦਰੋਂ ਇੱਕ ਗਰਮ ਕੋਟ ਤੇ ਬੂਟਾਂ ਦਾ ਜੋੜਾ ਮੇਰੇ ਲਈ ਲੈ ਆਈ। ਉਹਨਾਂ ਨੂੰ ਮੇਰੀ ਉਮਰ ਦਾ ਪਤਾ ਸੀ।
ਅਸਲ ਵਿੱਚ ਉਹਨਾਂ ਦਾ ਆਪਣਾ ਇੱਕ ਪੁੱਤਰ ਬਿਲਕੁਲ ਮੇਰੀ ਉਮਰ ਦਾ ਸੀ। ਮੇਰੇ ਪਿਤਾ ਜੀ ਦੇ ਲੱਖ ਨਾਂਹ ਨੁੱਕਰ ਕਰਨ ਦੇ ਬਾਵਜੂਦ ਜਦੋਂ ਉਹ ਤੁਰਨ ਲੱਗੇ, ਅੰਗਰੇਜ਼ ਨੇ ਉਹ ਸੁਗਾਤਾਂ ਉਹਨਾਂ ਦੇ ਨਾਲ ਬੰਨ੍ਹ ਦਿੱਤੀਆਂ। ਘਰ ਆ ਕੇ ਮੇਰੀ ਮਾਂ ਨੂੰ ਜਦੋਂ ਇਸ ਕਹਾਣੀ ਦਾ ਪਤਾ ਲੱਗਾ, ਉਸਨੇ ਚੁੱਕ ਕੇ ਬੂਟ ਵੀ ਤੇ ਕੋਟ ਵੀ ਬਾਹਰ ਵਿਹੜੇ ਵਿੱਚ ਸੁੱਟ ਪਾਏ। ਲੱਖ ਲੱਖ ਉਹ ਅੰਗਰੇਜ਼ ਨੂੰ ਗਾਲਾਂ ਕੱਢਦੀ ਤੇ ਕਹਿੰਦੀ, ਮੇਰਾ ਪੁੱਤਰ ਕੋਈ ਕਿਸੇ ਦੇ ਲੱਥੇ ਹੋਏ ਕੱਪੜੇ ਪਾਉਣ ਵਾਲਾ ਹੈ। ਮੇਰੇ ਪਿਤਾ ਜੀ ਨੇ ਸਮਝਾਇਆ। ਮੈਂ ਵੀ ਕਿਹਾ ਕਿ ਘਰ ਵਿੱਚ ਉਹਨਾਂ ਚੀਜ਼ਾਂ ਨੂੰ ਰੱਖਣ ਦਾ ਤੇ ਕੋਈ ਹਰਜ ਨਹੀਂ, ਮੈਂ ਉਹਨਾਂ ਨੂੰ ਪਾਵਾਂਗਾ ਨਹੀਂ। ਪਰ ਮੇਰੀ ਮਾਂ ਨੇ ਇੱਕ ਨਾ ਸਾਡੀ ਮੰਨੀ ਤੇ ਅੰਗਰੇਜ਼ ਨੂੰ ਤੇ ਮੇਰੇ ਪਿਤਾ ਜੀ ਨੂੰ ਬੁਰਾ ਭਲਾ ਕਹਿੰਦੀ ਹੀ ਗਈ। ਇਤਨੇ ਵਿੱਚ ਮਾਸਟਰ ਉੱਤਮ ਚੰਦ ਸਾਡੇ ਘਰ ਆ ਨਿਕਲੇ। ਸਾਰੀ ਗੱਲ ਉਹਨਾਂ ਸੁਣੀ ਤੇ ਕੋਟ ਵੀ ਤੇ ਬੂਟ ਵੀ ਵਿਹੜੇ ਵਿੱਚੋਂ ਚੁੱਕ ਕੇ ਕਹਿਣ ਲੱਗੇ, ਤੁਸੀਂ ਨਾ ਲੜੋ, ਮੇਰਾ ਪੁੱਤਰ ਭਾਨੂੰ ਇਹਨਾਂ ਨੂੰ ਪਾ ਲਵੇਗਾ, ਅੰਗਰੇਜ਼ ਦੀ ਸੌਗਾਤ ਹੈ। ਤੇ ਹੱਸਦੇ ਹੱਸਦੇ ਆਪਣੇ ਘਰ ਟੁਰ ਗਏ। ਮੇਰੀ ਮਾਂ ਨੇ ਲੱਖ ਸ਼ੁਕਰ ਕੀਤਾ। ਮੇਰੇ ਪਿਤਾ ਜੀ ਨੇ ਵੀ ਇੰਜ ਮਹਿਸੂਸ ਕੀਤਾ ਕਿ ਜਿਵੇਂ ਕੋਈ ਮੁਸੀਬਤ ਟਲ ਗਈ ਹੋਵੇ। ਅਗਲੀ ਸਵੇਰ ਮੈਂ ਵੇਖਿਆ ਭਾਨੂੰ ਸਕੂਲ ਵਿੱਚ ਉਹ ਕੋਟ ਵੀ ਪਾ ਕੇ ਆਇਆ, ਉਹ ਬੂਟ ਵੀ ਉਸਨੇ ਪਾਏ ਹੋਏ ਸਨ ਤੇ ਮਾਸਟਰ ਉੱਤਮ ਚੰਦ ਦੀ ਬਾਲਾਂ ਵਿੱਚ ਫੁੱਲ ਚਿੜੀਆਂ ਕੱਢਣ ਵਾਲੀ ਤ੍ਰੀਮਤ ਦਾ ਗੋਰਾ ਚਿੱਟਾ ਪੁੱਤਰ ਭਾਨੂੰ ਇੰਜ ਲੱਗਦਾ ਜਿਵੇਂ ਕਿਸੇ ਅੰਗਰੇਜ਼ ਦਾ ਬੱਚਾ ਹੋਵੇ। ਅਸੀਂ ਹਮੇਸ਼ਾ ਭਾਨੂੰ ਨੂੰ ਉਸਦੇ ਕੋਟ ਤੇ ਉਸਦੇ ਬੂਟਾਂ ਲਈ ਛੇੜਦੇ, ਪਰ ਨਾ ਭਾਨੂੰ ਨੂੰ ਬੁਰਾ ਲੱਗਦਾ, ਨਾ ਉਸਦੀ ਮਾਂ ਨੂੰ ਬੁਰਾ ਲੱਗਦਾ, ਨਾ ਮਾਸਟਰ ਉੱਤਮ ਚੰਦ ਨੂੰ ਸਾਡੇ ਇੰਜ ਕਰਨ 'ਤੇ ਕਦੀ ਇਤਰਾਜ਼ ਹੋਇਆ ਸੀ। ਇੱਕ ਰੋਜ਼ ਸ਼ਾਮੀ ਮਾਸਟਰ ਉੱਤਮ ਚੰਦ ਦੀ ਤ੍ਰੀਮਤ ਕੁਝ ਹੋਰ ਕੁੜੀਆਂ ਚਿੜੀਆਂ ਨਾਲ ਸੜਕ 'ਤੇ ਜਾ ਰਹੀ ਸੀ ਕਿ ਪਿੱਛੋਂ ਸਾਈਕਲ 'ਤੇ ਇੱਕ ਗੋਰਾ ਆਇਆ ਤੇ ਉਸਨੂੰ ਮੋਢਾ ਮਾਰ ਕੇ ਚਲਾ ਗਿਆ। ਸਭ ਦੀਆਂ ਸਭ ਕੁੜੀਆਂ ਹੱਕੀਆਂ ਪੱਕੀਆਂ ਉਸ ਵੱਲ ਵੇਖਦੀਆਂ ਰਹਿ ਗਈਆਂ। ਮਾਸਟਰ ਉੱਤਮ ਚੰਦ ਦੀ ਤ੍ਰੀਮਤ ਨੂੰ ਜਦੋਂ ਆਪਣੇ ਨਾਲ ਹੋਏ ਇਸ ਅਨਰਥ ਦਾ ਖਿਆਲ ਆਇਆ ਤਾਂ ਉਹ ਸੜਕ ਕੰਢੇ ਮੁੱਦੀ ਜਾ ਪਈ। ਉਸਦੇ ਹੱਥ ਪੈਰ ਠੰਡੇ ਹੋ ਗਏ ਤੇ ਫਿਰ ਇਹ ਖਬਰ ਸਾਰੇ ਪਿੰਡ ਵਿੱਚ ਫੈਲ ਗਈ। ਮਾਸਟਰ ਉੱਤਮ ਚੰਦ ਦੀ ਤ੍ਰੀਮਤ ਨੂੰ ਇੱਕ ਗੋਰੇ ਨੇ ਮੋਢਾ ਕੱਢ ਮਾਰਿਆ। ਮਾਸਟਰ ਉੱਤਮ ਚੰਦ ਦੀ ਤ੍ਰੀਮਤ ਦੀ ਇੱਕ ਗੋਰੇ ਨੇ ਸਿਰ ਤੋਂ ਚੁੰਨੀ ਲਾ ਲਈ। ਮਾਸਟਰ ਉੱਤਮ ਚੰਦ ਦੀ ਤ੍ਰੀਮਤ ਨੂੰ ਇੱਕ ਗੋਰੇ ਨੇ ਧੱਕਾ ਦੇ ਕੇ ਸੜਕ 'ਤੇ ਸੁੱਟ ਪਾਇਆ। ਮਾਸਟਰ ਉੱਤਮ ਚੰਦ ਦੀ ਤ੍ਰੀਮਤ ਨੂੰ ਇੱਕ ਗੋਰਾ ਸਾਈਕਲ 'ਤੇ ਬਿਠਾ ਕੇ ਨੱਠ ਤੁਰਿਆ। ਮਾਸਟਰ ਉੱਤਮ ਚੰਦ ਦੀ ਤ੍ਰੀਮਤ ਦੀ ਇੱਕ ਗੋਰੇ ਨਾਲ ਆਸ਼ਨਾਈ। ਮਾਸਟਰ ਉੱਤਮ ਚੰਦ ਦੀ ਤ੍ਰੀਮਤ ਤੇ ਇੱਕ ਗੋਰਾ ਪੁਲ ਪਿੱਛੇ ਹੱਸ ਹੱਸ ਕੇ ਗੱਲਾਂ ਕਰਦੇ ਪਕੜੇ ਗਏ। ਮਾਸਟਰ ਉੱਤਮ ਚੰਦ ਨੇ ਆਪਣੀ ਤ੍ਰੀਮਤ ਨੂੰ ਸੜਕ 'ਤੇ ਝੰਬ ਸੁੱਟਿਆ। ਮਾਸਟਰ ਉੱਤਮ ਚੰਦ ਦੀ ਤ੍ਰੀਮਤ ਪੁਲ ਕੋਲ ਬੇਹੋਸ਼ ਪਈ ਹੋਈ ਹੈ ਤੇ ਸਾਰਾ ਪਿੰਡ ਬਾਹਰ ਸੜਕ ਵੱਲ ਦੌੜ ਪਿਆ। ਲੱਖ ਮਾਸਟਰ ਉੱਤਮ ਚੰਦ ਲੋਕਾਂ ਨੂੰ ਗਾਲਾਂ ਕੱਢਦਾ। ਲੱਖ ਮਾਸਟਰ ਉੱਤਮ ਚੰਦ ਬਾਜ਼ਾਰ ਵਿੱਚ ਖਲੋ ਕੇ ਸਫਾਈਆਂ ਪੇਸ਼ ਕਰਦਾ। ਮਾਸਟਰ ਉੱਤਮ ਚੰਦ ਘਰੋਂ ਘਰੀ ਜਾ ਕੇ ਲੋਕਾਂ ਨੂੰ ਸਮਝਾਉਂਦਾ, ਪਰ ਉਸਦੀ ਕੋਈ ਪੇਸ਼ ਨਾ ਜਾਂਦੀ। ਲੋਕੀ ਇੱਕ ਤੋਂ ਇੱਕ ਨਵੀਂ ਕਹਾਣੀ ਘੜਦੇ, ਖੰਭਾਂ ਦੇ ਉਡਾਰ ਬਣਦੇ ਜਾਂਦੇ ਤੇ ਫਿਰ ਮਾਸਟਰ ਉੱਤਮ ਚੰਦ ਨੂੰ ਆਪ ਵੀ ਸ਼ੱਕ ਪੈਣ ਲੱਗ ਪਿਆ ਕਿ ਸੱਚ ਕੀ ਸੀ ਜਾਂ ਝੂਠ ਕੀ ਸੀ। ਮਾਸਟਰ ਉੱਤਮ ਚੰਦ ਨਾ ਘਰ ਬੈਠ ਸਕਦਾ, ਨਾ ਬਾਹਰ ਨਿਕਲ ਸਕਦਾ। ਸਕੂਲ ਜਾਂਦਾ ਤੇ ਉਸ ਨੂੰ ਹਰ ਉਸਤਾਦ, ਹਰ ਵਿਦਿਆਰਥੀ ਦੀਆਂ ਅੱਖਾਂ ਵਿੱਚ ਸ਼ਰਾਰਤ ਭਰੀ ਹੋਈ ਵਿਖਾਈ ਦਿੰਦੀ। ਸੜਕ 'ਤੇ ਆ ਜਾ ਰਹੇ ਗੋਰੇ ਉਸ ਨੂੰ ਜ਼ਹਿਰ ਲੱਗਦੇ। ਇੱਕ ਰੋਜ਼ ਇਕੱਲਾ ਇੱਕ ਅੰਗਰੇਜ਼ ਸੈਨਿਕ ਮਾਸਟਰ ਉੱਤਮ ਚੰਦ ਨੂੰ ਸੜਕ 'ਤੇ ਜਾਂਦਾ ਮਿਲ ਗਿਆ। ਮਾਸਟਰ ਉੱਤਮ ਚੰਦ ਨੇ ਉੱਥੇ ਹੀ ਖਲੋ ਕੇ ਮਨ ਦੇ ਫੁੱਫੜ ਤੋਲਣੇ ਸ਼ੁਰੂ ਕਰ ਦਿੱਤੇ। ਗੋਰਾ ਮਾਸਟਰ ਉੱਤਮ ਚੰਦ ਵੱਲ ਵੇਖ ਕਦੀ ਮੁਸਕਰਾਉਂਦਾ, ਕਦੀ ਹੈਰਾਨ ਹੁੰਦਾ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਕਾਲਾ ਆਦਮੀ ਉਸ ਨੂੰ ਕੀ ਕਹਿ ਰਿਹਾ ਸੀ। ਤੇ ਫਿਰ ਉਸ ਸਾਲ ਮਾਸਟਰ ਉੱਤਮ ਚੰਦ ਨੇ ਜਿਹੜੇ ਪਰਚੇ ਪਾਏ
ਨਾ ਉਹਨਾਂ ਨੇ ਆਪਣੇ ਵਿਦਿਆਰਥੀਆਂ ਤੋਂ ਅੰਗਰੇਜ਼ੀ ਰਾਜ ਦੀਆਂ ਬਰਕਤਾਂ ਗਿਣਵਾਈਆਂ, ਨਾ ਇਹ ਸਾਬਤ ਕਰਨ ਲਈ ਕਿਹਾ ਕਿ ਫਿਰੰਗੀ ਦੀ ਸਲਤਨਤ 'ਤੇ ਸੂਰਜ ਕਦੀ ਨਹੀਂ ਡੁੱਬਦਾ। ਸੋ ਦੋਸਤੋ, ਇਹ ਸੀ ਅੱਜ ਦੀ ਕਹਾਣੀ ਬਖਸ਼ੀਸ਼। ਦੋਸਤੋ, ਇਹ ਕਹਾਣੀ ਤੁਹਾਨੂੰ ਕਿਵੇਂ ਦੀ ਲੱਗੀ ਦੱਸਣ ਲਈ ਕਮੈਂਟ ਜ਼ਰੂਰ ਕਰਿਓ। ਜੇ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝਾ ਜ਼ਰੂਰ ਕਰਿਓ ਅਤੇ ਮੇਰੇ ਚੈਨਲ ਨਾਲ ਜੁੜਨ ਲਈ ਮੇਰੇ YouTube ਚੈਨਲ ਪੰਜਾਬੀ ਮਾਂ ਬੋਲੀ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰ ਲਓ। ਦੋਸਤੋ, ਅਗਲੀ ਕਹਾਣੀ ਜਲਦ ਹੀ ਤੁਹਾਡੇ ਰੂਬਰੂ ਕਰਾਂਗੇ। ਉਦੋਂ ਤੱਕ ਆਪਣਾ ਖਿਆਲ ਰੱਖਿਓ। ਰੱਬ ਰਾਖਾ।